ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਰਫੜ ਹੈ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਨਾਲ ਸੰਬੰਧਿਤ ਜਿਹੜਾ ਕੇਸ ਸੀ ਉਸ ਦਾ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਨਿਪਟਾਰਾ ਕਰਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਨੂੰ ਆਪਣੀ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਤੇ ਉਸ ਨੂੰ ਉਹਨਾਂ ਨੇ ਸੰਵਿਧਾਨਕ ਤੌਰ ਤੇ ਠੀਕ ਕਰਾਰ ਦਿੱਤਾ। ਉਸ ਦਿਨ ਤੋਂ ਹਰਿਆਣਾ ਦਾ ਸਿੱਖ ਭਾਈਚਾਰਾ ਆਪਣੀ ਕਮੇਟੀ ਦੇ ਲਈ ਕੰਟਰੋਲ ਲੈਣ ਦੇ ਲਈ ਜਦੋਜਹਿਦ ਕਰ ਰਿਹਾ ਤੇ ਨਾਲ ਦੀ ਨਾਲ ਉੱਥੇ ਉਹਨਾਂ ਦੇ ਵਿੱਚ ਆਪਸੀ ਖਿੱਚੋਤਾਣ ਵੀ ਇਸ ਗੱਲ ਨੂੰ ਲੈ ਕੇ ਸ਼ੁਰੂ ਹੋ ਗਈ ਹੈ ਕਿ ਕਮੇਟੀ ਦਾ ਮੁਖੀ ਕੌਣ ਹੈ। ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੈ ਉਹ ਰੱਦ ਹੋਵੇ, ਅਸੀਂ ਉਸ ਫੈਸਲੇ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ। ਤੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਹੋਣਾ ਨੇ ਇਹ ਚਿੱਠੀ ਲਿਖ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ ਕਿ ਜਿਹੜੀ ਇਹ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਉਸ ਦੇ ਸਬੰਧ ਦੇ ਵਿੱਚ ਤੁਸੀਂ ਜਿਹੜੀ ਹੈ ਨਜ਼ਰਸਾਨੀ ਪਟੀਸ਼ਨ ਜਿਹੜੀ ਹੈ ਕੇਂਦਰ ਉਹ ਸੁਪਰੀਮ ਕੋਰਟ 'ਚ ਪਾਵੇ। ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਇਸ ਸਾਰੇ ਨੂੰ ਰੱਦ ਕਰਨ ਦੇ ਲਈ ਬਕਾਇਦਾ ਜਿਹੜਾ ਨੋਟੀਫਿਕੇਸ਼ਨ ਲਿਆਵੇ ਸੰਸਦ 'ਚ ਤੇ ਉਹਨੂੰ ਪਾਸ ਕਰਕੇ ਲਾਗੂ ਕਰੇ। ਤੇ ਇਸ ਦੇ ਨਾਲ ਉਹਨਾਂ ਨੇ ਵੱਖਰੇ ਤੌਰ ਤੇ ਇੱਕ ਹੋਰ ਜਿਹੜੀ ਜਰਨਲ ਹਾਊਸ ਅੱਜ ਕੀਤਾ ਉਹਦੇ ਵਿੱਚ ਇਸ ਨੂੰ ਮੁੱਦੇ ਨੂੰ ਲੈ ਕੇ ਸੰਘਰਸ਼ ਕਰਨ ਦਾ ਵੀ ਪ੍ਰੋਗਰਾਮ ਲਿਖਿਆ। 4 ਅਕਤੂਬਰ ਦਾ ਪ੍ਰੋਗਰਾਮ ਫਿਰ ਲਿਖਿਆ ਕਿ ਵੱਡਾ ਇਕੱਠ ਕੀਤਾ ਜਾਏਗਾ। ਫਿਰ 7 ਅਕਤੂਬਰ ਨੂੰ ਜਿਹੜੇ 2 ਉਹਨਾਂ ਨੇ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ, ਇੱਕ ਤਖਤ ਦਮਦਮਾ ਸਾਹਿਬ ਤੋਂ, ਇੱਕ ਆਨੰਦਪੁਰ ਸਾਹਿਬ ਤੋਂ, ਜਿਹੜੇ ਅੰਮ੍ਰਿਤਸਰ ਪਹੁੰਚਣਗੇ। ਸੋ ਇਹ ਸਾਰੀ ਜਿਹੜੀ ਸਥਿਤੀ ਇਸ ਤੋਂ ਬਾਅਦ ਬਣ ਰਹੀ ਹੈ ਔਰ ਜਿਸ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਲੜਾਈ ਜਿਹੜੀ ਹੈ ਉਹਨੇ ਸ਼ੁਰੂ ਕੀਤੀ ਹੈ, ਆਪਣਾ ਸੰਘਰਸ਼ ਸ਼ੁਰੂ ਕੀਤਾ। ਉੱਥੇ ਦੂਸਰੇ ਪਾਸੇ ਜਿੱਥੇ ਕਮੇਟੀ ਹਰਿਆਣਾ 'ਚ ਬਣੀ ਹੈ ਉੱਥੇ ਜਿਹੜੀ ਹੈ ਲੀਡਰਸ਼ਿਪ ਦੀ ਲੜਾਈ ਸ਼ੁਰੂ ਹੋ ਗਈ। ਇਸ ਸਾਰੀ ਸਥਿਤੀ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਸਿੱਖ ਵਿਦਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਅਮਰਿੰਦਰ ਸਿੰਘ ਜੀ, ਜਿਹੜੇ ਖਾਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਜੋ ਵੀ ਘਟਨਾਵਾਂ ਵਾਪਰਦੀਆਂ ਖਾਸ ਕਰਕੇ ਸਿੱਖ ਧਰਮ ਨਾਲ ਸੰਬੰਧਿਤ ਉਹਨਾਂ ਤੇ ਬੜੀ ਡੂੰਘੀ ਨਜ਼ਰ ਰੱਖਦੇ ਆ ਤੇ ਉਹਨਾਂ ਦੀ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਵਰਤਾਰਿਆਂ ਬਾਰੇ ਇੱਕ ਆਪਣੀ ਸੋਚ ਹੈ, ਆਪਣੀ ਸਮਝ ਹੈ, ਇੱਕ ਆਪਣੀ ਰਾਏ ਹੈ ਤੇ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਇਸ ਬਾਰੇ ਉਹਨਾਂ ਦੀ ਕੀ ਰਾਏ ਹੈ। ਸਰਦਾਰ ਅਮਰਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੰਡੂ ਸਾਹਿਬ, ਇਹ ਆਪਾਂ ਦੇਖਦੇ ਹਾਂ ਕਿ ਜਿਹੜੀ ਇਹ ਸਥਿਤੀ ਬਣੀ ਹੈਗੀ ਹੈ ਜੀ, ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਲੜਾਈ ਜਿਹੜੀ ਹੈ ਲੜਨ ਦੇ ਲਈ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੂੰ ਔਰ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਨਾਲ ਰਾਹਤ ਮਿਲੀ ਹੈ ਹਰਿਆਣਾ 'ਚ ਸਿੱਖ ਭਾਈਚਾਰੇ ਨੂੰ, ਉੱਥੇ ਲੀਡਰਸ਼ਿਪ ਦੀ ਲੜਾਈ ਸ਼ੁਰੂ ਹੋ ਗਈ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਇਸ ਦੇ ਅਰਥ ਲੈਂਦੇ ਹੋ? ਦੇਖੋ ਜੰਡੂ ਸਾਹਿਬ, ਜੇ ਤਾਂ ਇਹਨੂੰ ਆਪਾਂ ਦੋ ਭਾਗਾਂ ਦੇ ਵਿੱਚ ਸਾਰੇ ਮਸਲੇ ਨੂੰ ਵੰਡ ਸਕਦੇ ਹਾਂ। ਇੱਕ ਮਸਲਾ ਤਾਂ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਈਫਰਕੇਟ ਕਰਨ ਦਾ ਤੇ ਉਹਦੇ ਦੋ ਟੁਕੜੇ ਕਰਨ ਦਾ। ਉਹਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਨਹੀਂ ਸੀ ਇਹਦੀ, ਇਹ 1995 ਦੇ ਵਿੱਚ ਰੱਖ ਦਿੱਤੀ ਗਈ ਸੀ, ਜਦੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀਗਾ ਜਿਹੜਾ 1920 ਦੇ ਵਿੱਚ ਬਣਿਆ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਬਣਾਉਣ ਦੇ ਵਿੱਚ ਸਾਰਾ ਜਿਹੜਾ ਉਹਨਾਂ ਨੇ ਯੋਗਦਾਨ ਪਾਇਆ ਸੀ ਸ਼੍ਰੋਮਣੀ ਅਕਾਲੀ ਦਲ ਨੇ, ਜਿਹੜਾ 1995 ਦੇ ਵਿੱਚ ਮੋਗਾ ਕਾਨਫਰੰਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਦੋਂ ਉਹਨਾਂ ਨੇ ਮਤਾ ਪਾਸ ਕਰਤਾ ਕਿ ਵੀ ਹੁਣ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਪੰਥਕ ਏਜੰਡੇ ਨੂੰ ਛੱਡ ਕੇ ਪੰਜਾਬੀ ਏਜੰਡੇ ਤੇ ਆ ਗਿਆ ਸੀ ਇਸ ਵੇਲੇ। ਉਸ ਵੇਲੇ ਮੈਂ ਸਮਝਦਾ ਇਹਦਾ ਨੀਂਹ ਜਿਹੜਾ ਇਹਦੀ ਰੱਖ ਦਿੱਤੀ ਗਈ ਸੀ। ਤੇ ਜਦੋਂ ਹੁਣ ਸ਼੍ਰੋਮਣੀ ਕਮੇਟੀ ਦੀ ਜਿਹੜੀ ਮਤਲਬ ਵਾਰਡ ਸੀ, ਜਿਹੜੇ ਸ਼੍ਰੋਮਣੀ ਅਕਾਲੀ ਦਲ ਸੀ, ਉਹਦੀ ਕਿਸਮ ਦੀ ਵਾਰਡ ਸੀਗੀ ਕਿ ਉਹ ਉਹਨੂੰ ਪ੍ਰੋਟੈਕਟ ਕਰਦਾ ਸੀ, ਉਹਦੀ ਸਾਰੀ ਜਿਹੜੀ ਦੇਖ ਰੇਖ ਉਹਦੇ ਹੱਥ 'ਚ ਹੁੰਦੀ ਸੀ, ਉਸੇ ਦੇ ਜਿਹੜੇ ਮੈਂਬਰ ਵੱਧ ਹੁੰਦੇ ਸੀ, ਲੋਕਾਂ ਦਾ ਕੌਨਫੀਡੈਂਸ ਵੀ ਇਹੀ ਸੀਗਾ। ਤੇ ਇਸੇ ਕਰਕੇ ਲੋਕੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਸ ਨੂੰ ਤਰਜੀਹ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭੇਜਦੇ ਸੀਗੇ ਤੇ ਬਾਕੀ ਜਿਹੜੇ ਵੀ ਪਾਰਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਹਿੱਸਾ ਲੈਂਦੀਆਂ ਸੀ, ਲੋਕਾਂ ਦਾ, ਸਿੱਖ ਸੰਗਤ ਦਾ ਉਹਦੇ ਵਿੱਚ ਕੌਨਫੀਡੈਂਸ ਨਹੀਂ ਹੁੰਦਾ ਸੀ।
ਤੇ ਉਸ ਸਾਰੇ ਨੂੰ ਜਿਵੇਂ ਅਕਾਲੀ ਦਲ ਦਾ ਜਿਹੜਾ ਪਿੱਛੇ ਬੈਕ ਸਟੈਪ ਕੀਤਾ ਕਿ ਉਹਨਾਂ ਨੇ ਕਿਹਾ ਵੀ ਹੁਣ ਤੋਂ ਸਾਡਾ ਜਿਹੜਾ ਪੰਥਕ ਪਾਰਟੀ ਨਹੀਂ ਆ, ਅਸੀਂ ਪੰਜਾਬੀ ਪਾਰਟੀ ਬਣ ਗਏ ਆ, ਮੈਂ ਸਮਝਦਾ ਇਹਦਾ ਉੱਥੋਂ ਹੀ ਸ਼ੁਰੂਆਤ ਹੋ ਗਈ ਸੀ। ਭਾਵੇਂ ਉਸ ਗੱਲ ਨੂੰ ਅੱਜ 1995 ਤੋਂ ਲੈ ਕੇ ਤੇ ਅੱਜ 2022 ਆ ਗਈ ਹੈ, ਜੇ ਆਪਾਂ 2022 ਨਾ ਵੀ ਗਿਣੀਏ ਤੇ 2014 ਹੀ ਗਿਣ ਲਈਏ ਤੇ ਤਕਰੀਬਨ ਉਹਦੇ ਵਿੱਚ 20 ਸਾਲ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਉਹਦੀ ਟੁੱਟ ਭੱਜ ਸ਼ੁਰੂ ਹੋ ਗਈ ਸੀ। ਤੇ ਇਹਦੇ ਵੀ ਆਪਾਂ ਨੂੰ ਮਤਲਬ ਜੇ ਨੂੰ ਅਸੀਂ ਥੋੜਾ ਜਿਹਾ ਵੱਧ ਹੋ ਕੇ ਉਹਦੀ ਜਿਹੜੀ ਇੱਕ ਪੁਸ਼ਟੀ ਮੈਂ ਐਡ ਆਨ ਕਰਾਂਗਾ, ਉਹਦੀ ਪੁਸ਼ਟੀ ਅੱਜ ਜਿਹੜਾ ਇਹਨਾਂ ਨੇ ਜਨਰਲ ਹਾਊਸ ਕੀਤਾ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਰਲ ਹਾਊਸ ਅੰਮ੍ਰਿਤਸਰ ਚ ਕੀਤਾ ਹੈ, ਉਸ ਨੇ ਜਿਹੜੀ ਅਪੀਲ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਰ ਦਿੱਤੀ ਹੈ ਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਲਈ ਸਾਰੀ ਪੰਥਕ ਜਥੇਬੰਦੀਆਂ ਨੂੰ ਇੱਕ ਆਪਣੀ ਛਤਰ ਛਾਇਆ ਚ ਬੁਲਾ ਕੇ ਤੇ ਉਹਨਾਂ ਨੂੰ ਲਾਮਬੰਦ ਕਰੋ। ਉਹਨਾਂ ਨੇ ਅਕਾਲੀ ਦਲ ਨੂੰ ਅਪੀਲ ਨਹੀਂ ਕੀਤੀ, ਕਿਉਂਕਿ ਅਕਾਲੀ ਦਲ ਦਾ ਜਿਹੜਾ ਮਤਲਬ ਪਬਲਿਕ ਦੇ ਵਿੱਚ ਜਿਹੜੀ ਸੈਂਟੀਮੈਂਟ ਹੈ ਜਾਂ ਪਬਲਿਕ ਦੀ ਜਿਹੜੀ ਇਮੇਜ ਹੈ ਉਹ ਬੜੀ ਨਿਗਾਰ ਵੱਲ ਚਲੀ ਗਈ ਹੈ। ਉਹ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਜਿਹਦੇ ਸਾਰੇ ਹੀ ਮੈਂਬਰ ਤਕਰੀਬਨ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਹੈਗੇ ਆ, ਉਹਨਾਂ ਨੇ ਅਪੀਲ ਅਕਾਲੀ ਦਲ ਨੂੰ ਨਹੀਂ ਕੀਤੀ ਕਿ ਤੁਸੀਂ ਇਸ ਮਸਲੇ ਨੂੰ ਆਪਣੇ ਹੱਥ 'ਚ ਲੈ ਕੇ ਇਹਨੂੰ ਨਜਿੱਠੋ। ਉਹ ਉੱਥੇ ਉਹ ਬੇਵਸੀ ਦਾ ਆਲਮ ਜਿਹੜਾ ਉਹ ਪਸਰਿਆ ਹੋਇਆ ਅਕਾਲੀ ਦਲ ਵੱਲ, ਉਹ ਨਹੀਂ ਦੇਖ ਪਾ ਰਹੇ, ਅਕਾਲੀ ਦਲ ਕੋਈ ਡਿਲੀਵਰ ਨਹੀਂ ਕਰ ਪਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਜਿਹੜੀ ਉਹਦੀ ਅਕਾਲੀ ਦਲ ਦੀ ਮਤਲਬ ਬੇਵਸੀ ਹੈ, ਉਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਹੁਣ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕਰਤੀ ਹੈ ਕਿ ਤੁਸੀਂ ਸਾਰੀ ਪੰਥਕ ਜਥੇਬੰਦੀਆਂ ਦਾ ਇਕੱਠ ਬੁਲਾ ਕੇ ਕੋਈ ਨਾ ਕੋਈ ਮਤਲਬ ਵਿਉਂਤਬੰਦੀ ਕਰੋ ਤਾਂ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਹ ਕਮਜ਼ੋਰੀ ਆ ਰਹੀ ਹੈ, ਜੋ ਉਹਨਾਂ ਨੂੰ ਸੱਟ ਵੱਜੀ ਹੈ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਰੁਸਤ ਕੀਤਾ ਜਾਏ। ਤਾਂ ਉਹਦੀ ਜਿਹੜੀ ਪੁਸ਼ਟੀ ਹੈ 95 ਵਾਲੀ ਅੱਜ ਉਹਨਾਂ ਨੇ ਜਨਰਲ ਹਾਊਸ ਨੇ ਕਰਤੀ ਹੈ। ਇਹ ਸਦਾ ਜੀ ਗੱਲ ਅਸਲ 'ਚ ਇਹ ਹੈਗੀ ਹੈ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਦੇ ਜਥੇਦਾਰ ਔਰ ਸਿੱਖ ਭਾਈਚਾਰਾ ਇਹ ਗੱਲ ਕਹਿੰਦਾ ਹੈ ਕਿ ਸਾਡੇ ਧਾਰਮਿਕ ਮਾਮਲਿਆਂ 'ਚ ਕਿਸੇ ਤਰ੍ਹਾਂ ਦਾ ਕੋਈ ਕੇਂਦਰ ਦਖਲ ਨਾ ਦੇਵੇ, ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਹੁਣ ਬਕਾਇਦਾ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦਖਲ ਦੇਵੇ। ਉਹ ਦਖਲ ਉਹ ਇਸ ਕਰਕੇ ਮੰਗਦੇ ਆ, ਉਹ ਕਹਿੰਦੇ ਕਿ ਵਾਪਸ ਉਹ ਪੁਰਾਣੇ ਵਾਲੀ ਸਟੇਟਸ ਕੋ ਦੇ ਉੱਪਰ ਲੈ ਕੇ ਆਓ, ਪੁਰਾਣੀ ਸਥਿਤੀ ਤੇ ਲੈ ਕੇ ਆਓ, ਜਿਹੜੀ ਮਤਲਬ 1925 ਦਾ ਜਿਹੜਾ ਐਕਟ ਜਿਹੜਾ ਨਹੀਂ, ਪਰ ਸਰਦਾਰੀ ਦਖਲ ਤਾਂ ਮੰਗ ਹੀ ਰਹੇ ਆ ਨਾ। ਬਿਲਕੁਲ ਦਖਲ ਮੰਗ ਰਹੇ ਆ। ਦਖਲ ਇਸ ਕਰਕੇ ਮੰਗ ਰਹੇ ਕਿਉਂਕਿ ਉਹਨਾਂ ਨੇ ਦਖਲ ਦੇ ਕੇ ਰਾਜ ਸਰਕਾਰ ਤੋਂ ਦਖਲ ਦਵਾ ਕੇ ਉਹਨਾਂ ਨੇ ਉਹਨੂੰ ਤੋੜ ਦਿੱਤਾ ਹੈ ਨਾ। ਉਹਦੇ ਕੋਲ ਉਸ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਨਹੀਂ ਰਿਹਾ, ਕਿਉਂਕਿ ਜਦੋਂ ਹਰਿਆਣਾ ਗਵਰਨਮੈਂਟ ਨੇ ਇੱਕ ਐਕਟ ਬਣਾਤਾ, ਆਪਣਾ ਡਿਫਰੈਂਟ ਐਕਟ ਬਣਾਤਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕੋਈ ਰਸਤਾ ਹੀ ਨਹੀਂ ਹੈ। ਉਹਨਾਂ ਨੇ ਇੱਕ ਤਾਂ ਕਿਹਾ ਵੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਸੈਂਟਰਲ ਗਵਰਨਮੈਂਟ ਜਾਵੇ, ਇਹ ਵੀ ਮੰਗ ਕੀਤੀ ਹੈ ਉਹਨਾਂ ਨੇ ਕਿ ਸੈਂਟਰਲ ਗਵਰਨਮੈਂਟ ਸੁਪਰੀਮ ਕੋਰਟ ਦੇ ਵਿੱਚ ਜਾਵੇ। ਤੇ ਦੂਸਰੀ ਮੰਗ ਉਹਨਾਂ ਨੇ ਇਹ ਕੀਤੀ ਹੈ ਕਿ ਪਾਰਲੀਮੈਂਟ ਦੇ ਵਿੱਚ ਵੀ ਆਰਡੀਨੈਂਸ ਲਿਆ ਕੇ ਇਸ ਹਰਿਆਣੇ ਦੇ ਐਕਟ ਨੂੰ ਰੱਦ ਕੀਤਾ ਜਾਵੇ ਤੇ 1925 ਵਾਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ ਉਹਨੂੰ ਮੁੜ ਕੇ ਸੁਰਜੀਤ ਕੀਤਾ ਜਾਵੇ। ਐਸੀ ਉਹਨਾਂ ਨੇ ਮੰਗ ਕੀਤੀ ਹੈ। ਹੁਣ ਇਸ ਨੂੰ ਆਪਾਂ ਜੇ ਦਖਲ ਮੰਨਦੇ ਹਾਂ ਤੇ ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਵੀ ਨਹੀਂ ਹੈ। ਅਲਟੀਮੇਟਲੀ ਤਾਂ ਗਵਰਨਮੈਂਟ ਦੀ ਫੋਰਸ ਦੇ ਨਾਲ ਹੀ ਚੋਣਾਂ ਹੁੰਦੀਆਂ, ਸਾਰਾ ਕੁਝ ਉਹਨਾਂ ਦੇ ਅਧਿਕਾਰ ਦੇ ਵਿੱਚ ਹੀ ਹੈ, ਤੇ ਇਸ ਤੋਂ ਇਲਾਵਾ ਮੈਂ ਸਮਝਦਾ ਕੋਈ ਚਾਰਾ ਸੀਗਾ ਨਹੀਂ ਉਹਨਾਂ ਕੋਲ ਜੀ। ਇਹ ਦੂਸਰੇ ਪਾਸੇ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਉਹ ਚਿੱਠੀ ਲਿਖੀ ਹੈ ਜਿਹਦੇ ਵਿੱਚ ਇਹਨਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਵੀ ਗੱਲ ਕੀਤੀ ਹੈ, ਪਰ ਪਿਛਲੇ ਲੰਮੇ ਸਮੇਂ 'ਚ ਲਗਾਤਾਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਜਿਹੜੀਆਂ ਸਿੱਖ ਭਾਈਚਾਰੇ ਦੀਆਂ ਦੋ ਹੀ ਮੁੱਖ ਨੁਮਾਇੰਦਾ ਜਥੇਬੰਦੀਆਂ ਸੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਜਿਹੜਾ ਨਾਲ ਅਸੀਂ ਉਹਨੂੰ ਮੰਨਦੇ ਜਿਹੜਾ ਸਿੱਖ ਭਾਈਚਾਰਾ, ਪਰ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੇ ਐਕਟ ਦੀ ਇਹ ਵਿਰੋਧਤਾ ਕਰਦੇ ਰਹੇ ਉਹਨੂੰ ਹੁਣ ਉਹਦੀ ਮੰਗ ਕਰ ਰਹੇ ਕਿ ਉਹਨੂੰ ਲਾਗੂ ਕੀਤਾ ਜਾਵੇ। ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰ ਰਹੇ ਹੋ? ਜੀ 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 ਜੀ। ਆਲ ਇੰਡੀਆ ਗੁਰਦੁਆਰਾ ਐਕਟ ਤਾਂ ਦੇਖੋ ਇੱਕ ਵੱਡਾ ਲੰਬਾ ਪ੍ਰੋਸੈਸ ਹੈਗਾ। ਉਹਦੇ ਵਿੱਚ ਇਹਨਾਂ ਨੇ ਮੰਗ ਵੀ ਕੀਤੀ ਸੀ ਤੇ ਇਹਨਾਂ ਨੇ ਉਹਦਾ ਵਿਰੋਧ ਵੀ ਕੀਤਾ ਸੀ। ਕੰਟਰੋਡਿਕਸ਼ਨ ਹੈਗੀ ਹੈ ਤੇ ਉਹ ਕੋਈ ਐਡਾ ਸੌਖਾ ਨਹੀਂ ਹੈ ਉਹਨੂੰ ਬਣਾਉਣਾ। ਉਹ ਪੂਰੇ ਆਲ ਇੰਡੀਆ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਉਹਦੀ ਰਾਏ ਲਈ ਜਾਏਗੀ ਤੇ ਹੋਰ ਉਹਦੇ ਕਈ ਕੁਛ ਅਜੇ ਮਤਲਬ ਉਹਨੂੰ ਪ੍ਰੀ ਮੈਚੁਰ ਸਟੇਜ ਹੈ। ਤੇ ਉਹਦੇ ਵਿੱਚ ਜਿਹੜੀ ਪਹਿਲੇ ਵਾਲੀ ਗੱਲ ਹੈ ਉਹਦੇ ਵਿੱਚ ਮੈਂ ਇਹ ਐਡ ਕਰਨੀ ਚਾਹਾਂਗਾ ਕਿ ਇੱਕ ਮੈਂ ਡਿਬੇਟ ਦੇ ਉੱਪਰ ਗਿਆ ਸੀ ਤੇ ਉੱਥੇ ਜਿਹੜੇ SGPC ਦੇ ਨੁਮਾਇੰਦੇ ਸੀਗੇ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਬਈ ਅਸੀਂ ਕਨਸਟੀਟਿਊਸ਼ਨਲ ਬੈਂਚ ਦੀ ਜਿਹੜੀ ਮੰਗ ਕਰਾਂਗੇ ਤੇ ਉਹਦੇ ਵਿੱਚ ਇੱਕ ਮਤ ਸ਼ਾਇਦ ਉਹ ਇਹ ਵੀ ਰੱਖਣ ਜਾ ਰਹੇ ਹੈ ਕਿ ਜਿਹੜੇ 3 ਜੱਜ ਸੀਗੇ ਜਿਨ੍ਹਾਂ ਨੇ ਫੈਸਲਾ ਦਿੱਤਾ ਉਹਨਾਂ ਤੋਂ ਇੱਕ ਜਿਹੜਾ ਜੱਜ ਹੈ ਉਹ RSS ਦਾ ਐਕਟਿਵ ਮੈਂਬਰ ਹੈਗਾ ਤੇ RSS ਨੇ ਆਪਣੇ ਮਤਲਬ ਜੱਜ ਦੇ ਰਾਹੀਂ ਇਹ ਫੈਸਲਾ ਜਿਹੜਾ ਕਰਵਾ ਲਿਆ। ਇਹ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਵੀ ਜਿਹੜਾ ਮੁੱਦਾ ਹੈਗਾ ਇਸ ਨੂੰ ਵੱਡੇ ਪੱਧਰ ਦੇ ਉੱਪਰ ਚੁੱਕਾਂਗੇ ਤੇ ਇਹਨੂੰ ਪਬਲਿਕ ਦੇ ਵਿੱਚ ਲੈ ਕੇ ਜਾਵਾਂਗੇ
ਕਿ ਕਿਸ ਤਰੀਕੇ ਦੇ ਨਾਲ ਆਰਐਸਐਸ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਮੈਨੂਪੂਲੇਟ ਕਰਕੇ ਇਹ ਜਿਹੜੀ ਜਜਮੈਂਟ ਹੈ ਉਹਨਾਂ ਨੇ ਹਾਸਲ ਕੀਤੀ ਹੈ। ਸੋ ਇਹ ਇੱਕ ਗੰਭੀਰ ਮਸਲਾ ਹੈ ਤੇ ਐਸਜੀਪੀਸੀ ਦਾ ਸੁਪਰੀਮ ਕੋਰਟ ਦੇ ਖਿਲਾਫ ਖੜੇ ਹੋ ਜਾਣਾ, ਇਹ ਕਿੱਧਰ ਨੂੰ ਗੱਲ ਜਾਏਗੀ ਇਹ ਸਮਾਂ ਦੱਸੇਗਾ। ਪਰ ਫਿਲਹਾਲ ਜਿਹੜਾ ਹੈਗਾ, ਜੇ ਸੈਂਟਰ ਸਰਕਾਰ ਦਖਲ ਨਹੀਂ ਕਰਦੀ ਤੇ ਮੈਨੂੰ ਲੱਗਦਾ ਕਿ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੀ ਸਿੱਧੀ ਟੱਕਰ ਜਿਹੜੀ ਹੈ ਸੁਪਰੀਮ ਕੋਰਟ ਦੇ ਖਿਲਾਫ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ। ਨਹੀਂ, ਉਹ ਟੱਕਰ ਜਿਸ ਤਰ੍ਹਾਂ ਤੁਸੀਂ ਕਾਨੂੰਨ ਦੀ ਗੱਲ ਕਰਦੇ ਆ, ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਦਖਲ ਦੀ ਮੰਗ ਕੀਤੀ ਹੈ ਕੇਂਦਰ ਤੋਂ, ਤੇ ਜੋ ਕੋਈ ਸੁਪਰੀਮ ਕੋਰਟ ਨੇ ਵੀ ਕੀਤਾ ਸੰਵਿਧਾਨ ਦੇ ਦਾਇਰੇ 'ਚ ਕੀਤਾ, ਕਾਨੂੰਨ 'ਚ ਰਹਿ ਕੇ ਕੀਤਾ, ਤਾਂ ਫਿਰ ਜੇ ਇਹ ਕਰਨਗੇ ਇਸ ਤਰ੍ਹਾਂ ਤਾਂ ਇਹ ਸਥਿਤੀ ਤਾਂ ਬੜੀ ਟਕਰਾਅ ਵੱਲ ਨਹੀਂ ਚਲੀ ਜਾਏਗੀ ਸਰ। ਬਿਲਕੁਲ ਟਕਰਾਅ ਵੱਲ ਹੀ ਜਾਏਗੀ। ਉਹ ਪਬਲਿਕ ਨੂੰ ਵੀ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਤੇ ਸੁਖਬੀਰ ਬਾਦਲ ਨੂੰ ਮਾੜਾ ਜਿਹਾ ਉਹਦਾ ਕੱਦ ਜਿਹੜਾ ਛੋਟਾ ਕਰਕੇ ਬਾਕੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਪੋਲੀਟੀਕਲ ਵੈਕਿਊਮ ਬੜੇ ਲੰਬੇ ਸਮੇਂ ਤੋਂ ਬਣਿਆ ਹੋਇਆ, ਉਸ ਨੂੰ ਵੀ ਭਰਨ ਦੇ ਵਿੱਚ ਇੱਕ ਭੂਮਿਕਾ ਅਦਾ ਕਰਨਗੇ ਜਥੇਦਾਰ ਸਾਹਿਬ। ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਦੱਸੇਗਾ ਕਿ ਇਹ ਗੱਲ ਕਿੱਧਰ ਜਾਏਗੀ। ਕਿ ਜਿਵੇਂ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਕਿਹਾ ਕਿ 4 ਅਕਤੂਬਰ ਨੂੰ ਉਹਨਾਂ ਨੇ ਵੱਡਾ ਇਕੱਠ ਬੁਲਾਇਆ ਹੈਗਾ, ਉਸ ਤੋਂ ਬਾਅਦ ਉਹਨਾਂ ਨੇ 2 ਮਾਰਚ ਵੱਡੇ ਦਮਦਮਾ ਸਾਹਿਬ ਤੋਂ ਤੇ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਹੈ, ਤੇ ਪਬਲਿਕ ਮੋਬਿਲਾਈਜੇਸ਼ਨ ਵੱਲ ਉਹ ਵੱਧ ਰਹੇ ਹੈ। ਤੇ ਬਿਹਤਰ ਇਹ ਹੋਏਗਾ ਕਿ ਸੈਂਟਰਲ ਗਵਰਨਮੈਂਟ ਜਿਹੜੀ ਹੈ ਇਸ ਸਿਚੁਏਸ਼ਨ ਨੂੰ ਡਿਫਿਊਜ਼ ਕਰੇ, ਤੇ ਉਹਨਾਂ ਹੀ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਸਾਡੀ ਸਾਰਿਆਂ ਦੀ ਭਲਾਈ ਹੋਵੇਗੀ। ਨਹੀਂ, ਪਰ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਰਐਸਐਸ ਦੀ ਗੱਲ ਕੀਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਗੱਲ ਕਹਿੰਦੀ ਹੈ ਕਿ ਆਰਐਸਐਸ ਸਿੱਖ ਭਾਈਚਾਰੇ ਨੂੰ ਵੰਡਣਾ ਚਾਹੁੰਦੀ ਹੈ ਤੇ ਉਸ ਦੇ ਲਈ ਇਹ ਸਾਰਾ ਕੁਝ ਹੋ ਰਿਹਾ। ਪਰ ਅਸੀਂ ਦੇਖਦੇ ਹਾਂ ਪਿਛਲੇ ਸਮੇਂ 'ਚ, ਕਿਉਂਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਭਾਈਚਾਰੇ ਦਾ ਨੁਮਾਇੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਤਾਂ ਲੰਮਾ ਸਮਾਂ ਉੱਤੇ ਬੀਜੇਪੀ ਨਾਲ ਸਰਕਾਰ ਦੇ ਵਿੱਚ ਰਿਹਾ। ਉਸ ਸਮੇਂ ਦਾ ਕੋਈ ਇਸ ਤਰ੍ਹਾਂ ਦੀ ਗੱਲ ਇਹਨਾਂ ਨੇ ਕੀਤੀ ਨਹੀਂ, ਨਾ ਉਸ ਸਮੇਂ ਕੋਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਗੱਲ ਕੀਤੀ, ਨਾ ਇਸ ਤਰ੍ਹਾਂ ਦੀ ਕੋਈ ਉਦੋਂ ਇਹਨਾਂ ਨੇ ਗੱਲ ਕੀਤੀ ਕਿ ਆਰਐਸਐਸ ਸਿੱਖਾਂ 'ਚ ਵੰਡੀਆਂ ਪਾਉਣੀ ਚਾਹੁੰਦੀ ਹੈ, ਕਿਉਂਕਿ ਦਿੱਲੀ ਦੀ ਜਿਹੜੀ ਕਮੇਟੀ ਆ ਉਹ ਵੀ ਤਾਂ ਬਣੀ ਹੋਈ ਸੀ ਨਾ ਪਹਿਲਾਂ। ਬਿਲਕੁਲ ਜੱਡੂ ਸਾਹਿਬ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ 1995 ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਦਾ ਪੱਲਾ ਛੱਡ ਕੇ ਤੇ ਪੰਜਾਬੀਅਤ ਦਾ ਪੱਲਾ ਜਿਹੜਾ ਫੜਿਆ ਸੀ, ਅੱਜ ਦਾ ਜਿਹੜਾ ਸਮਾਂ, ਅੱਜ ਦਾ ਜਿਹੜਾ ਜਨਰਲ ਇਜਲਾਸ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਇਸੇ ਗੱਲ ਤੇ ਹਾਮੀ ਭਰ ਰਿਹਾ ਕਿ ਬਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਾਡੇ ਹਿੱਤਾਂ ਦੀ ਰਾਖੀ ਕਰਨ ਦੇ ਕਾਬਿਲ ਨਹੀਂ ਰਿਹਾ, ਕਿਉਂਕਿ ਉਹ ਖੁਦ ਆਰਐਸਐਸ ਦੇ ਨਾਲ ਰਲਿਆ ਹੋਇਆ ਸੀਗਾ। ਹੁਣ ਤੱਕ ਉਹ ਖੁਦ ਬੀਜੇਪੀ ਦੇ ਨਾਲ ਰਲਿਆ ਹੋਇਆ ਸੀ, ਮਿਲ ਕੇ ਸਰਕਾਰਾਂ ਬਣਾ ਰਹੇ ਸੀ, ਤੇ ਸਾਰੇ ਉਹਨਾਂ ਨੇ ਪੰਜਾਬ ਦੇ ਜਿੰਨੇ ਵੀ ਜਿਹੜੀਆਂ ਮੰਗਾਂ ਸੀਗੀਆਂ ਪੰਥ ਦੀਆਂ ਜਾਂ ਪੰਜਾਬ ਦੀਆਂ, ਉਹ ਉਹਨਾਂ ਨੇ ਡਿਲੂਟ ਕਰਕੇ ਉਹਨਾਂ ਨੇ ਤਰਜੀਹ ਜਿਹੜੀ ਹੈ ਆਪਣੇ ਪਰਿਵਾਰ ਨੂੰ ਰਾਜ ਭਾਗ ਦੇਣ ਦੇ ਵਿੱਚ ਜਿਹੜੀ ਰੱਖੀ ਹੋਈ ਸੀ, ਉਹਦਾ ਹੀ ਸਿੱਟਾ ਹੈ ਕਿ ਅੱਜ ਸ਼੍ਰੋਮਣੀ ਉਹਨਾਂ ਦੀ ਹੀ ਮਤਲਬ ਪਾਰਟੀ ਦੀ ਸ਼੍ਰੋਮਣੀ ਕਮੇਟੀ ਨੇ ਅੱਜ ਅਕਾਲੀ ਦਲ ਵੱਲ ਮੂੰਹ ਨਹੀਂ ਕੀਤਾ, ਤੇ ਉਹਨਾਂ ਨੇ ਅਕਾਲ ਤਖਤ ਵੱਲ ਮੂੰਹ ਕੀਤਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਕੁਝ ਕਰੇ, ਕਿ ਅਸੀਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਬੈਨਰ ਥੱਲੇ ਅਸੀਂ ਚੁਣ ਕੇ ਆਏ ਹਾਂ, ਉਹ ਜਿਹੜੇ ਆ ਉਸ ਤੋਂ ਉਹਨਾਂ ਨੇ ਉਮੀਦ ਜਿਹੜੀ ਆ ਉਹ ਛੱਡ ਦਿੱਤੀ ਹੈ ਜਾਂ ਘਟਾਤੀ ਹੈ। ਤੇ ਇਹ ਇੱਕ ਵੱਡਾ ਮਤਲਬ ਸੰਕੇਤ ਮਿਲ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ, ਇਹ ਮੌਕੇ ਦੀ ਨਜ਼ਾਕਤ ਹੈ ਕਿ ਵਾਕਿਆ ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼ਾ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਨਹੀਂ, ਤੁਸੀਂ ਇਸ ਨੂੰ ਕਿਸੇ ਪੱਖੋਂ ਵੀ ਲੈ ਲਓ, ਜੇ ਆਪਾਂ ਆਫ ਦੀ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ, ਤੇ ਉਹ ਬੜਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਖਾਸ ਕਰਕੇ ਬਾਦਲ ਪਰਿਵਾਰ ਕੋਲੋਂ ਔਰ ਉਹਨਾਂ ਦੇ ਜਿਹੜੇ ਵੱਡੇ ਲੀਡਰ ਆ ਉਹਨਾਂ ਤੋਂ ਉਹਨਾਂ ਨੂੰ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ, ਤੇ ਉਹਨਾਂ ਤੋਂ ਉਮੀਦ ਉਹਨਾਂ ਨੂੰ ਕੋਈ ਨਹੀਂ ਹੈ ਕਿ ਵੀ ਇਹ ਬੰਦੇ ਜਿਹੜੀ ਇਹ ਕੋਟਰੀ ਜਿਹਨੂੰ ਗਿਣਦੇ ਹੈਗੇ ਆ ਕਿ ਜਿਹੜਿਆਂ ਨੇ ਆਰਐਸਐਸ ਦੇ ਨਾਲ ਸਾਂਝਾਂ ਪਾਈਆਂ, ਬੀਜੇਪੀ ਨਾਲ ਸਾਂਝਾਂ ਪਾਈਆਂ, ਸਿਰਫ ਆਪਣੇ ਪਰਿਵਾਰ ਦੀ ਜਿਹੜੀ ਹੈ ਗੱਦੀ ਬਚਾਉਣ ਦੇ ਲਈ, ਉਹਨਾਂ ਕੋਲੋਂ ਉਹ ਉਮੀਦ ਘੱਟ ਕਰਦੇ ਆ, ਤੇ ਤਾਂ ਹੀ ਉਹਨਾਂ ਨੇ ਅੱਜ ਜਿਹੜਾ ਹੈਗਾ ਦੂਜੇ ਪਾਸੇ ਰੁਖ ਕੀਤਾ ਹੈ ਕਿ ਵੀ ਸਾਰਿਆਂ ਨੂੰ ਰਲਾ ਕੇ ਇੱਕ ਛਤਰੀ ਥੱਲੇ ਲਿਆ ਕੇ ਤੇ ਇੱਧਰ ਕੁਝ ਨਵੀਂ ਵਿਉਂਤਬੰਦੀ ਬਣਾਈ ਜਾਵੇ। ਦੂਸਰਾ ਇਹਦਾ ਐਂਗਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੌਕੇ ਤੇ ਮੌਕਾ ਪ੍ਰਸਤੀ ਹੈ, ਉਹ ਮੌਕਾ ਪ੍ਰਸਤੀ ਮੈਂ ਸਮਝਦਾ ਕਿ ਮੌਕਾ ਪ੍ਰਸਤੀ ਨਹੀਂ ਇਹ ਹੋ ਸਕਦੀ, ਕਿਉਂਕਿ ਜੇ ਇੱਕ ਵਾਰੀ ਸਾਰੀਆਂ ਪਾਰਟੀਆਂ ਅਕਾਲ ਤਖਤ ਸਾਹਿਬ ਦੇ ਬੈਨਰ ਤੇ ਆ ਗਈਆਂ ਤੇ ਫਿਰ ਉਹ ਇਹਨਾਂ ਨੂੰ ਮੌਕਾ ਦੁਬਾਰਾ ਨਹੀਂ ਦੇਣਗੀਆਂ। ਉਹ ਸਾਰਾ ਜਿਹੜਾ ਗਰੁੱਪ ਹੈ ਉਹ ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਆਵਾਮ ਹੈ ਉਹ ਉਹਨਾਂ ਦਾ ਜਿਹੜਾ ਰੁਖ ਹੈ ਉਧਰ ਨੂੰ ਹੋ ਜਾਏਗਾ, ਤੇ ਉਹ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਨਹੀਂ ਦੇਖੇਗਾ। ਮੇਰਾ ਆਪਣਾ ਓਪੀਨੀਅਨ ਇਹ ਹੈ। ਉਹਦੇ ਸਦਾ ਹੀ ਗੱਲ ਇਹ ਵੀ ਤਾਂ ਹੈ ਨਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸੁਪਰੀਮ ਕੋਰਟ ਨਾਲ ਟਕਰਾਅ ਵਾਲੀ ਸਥਿਤੀ ਵਧੇਗੀ ਜੇ ਮਾਮਲਾ ਨਹੀਂ ਹੱਲ ਹੁੰਦਾ, ਤੇ ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਹਰਿਆਣਾ ਦਾ ਜਿਹੜਾ ਸਿੱਖ ਭਾਈਚਾਰਾ ਉਹਦੇ ਨਾਲ ਵੀ ਤਾਂ ਟਕਰਾਅ ਵਧੇਗਾ ਨਾ। ਦੇਖੋ, ਹਰਿਆਣਾ ਦਾ ਜਿਹੜਾ ਸਿੱਖ ਭਾਈਚਾਰਾ ਹੈਗਾ ਉਹਦੇ ਨਾਲ ਮੇਰੀ ਪਰਸਨਲ ਇਹ ਹੈ ਕਿ ਵੀ ਉਹ ਬਾਹਲਾ ਜਿਹੜਾ ਵੱਡਾ ਗਰਾਊਂਡ ਲੈਵਲ ਦੇ ਉੱਪਰ ਜਿਹੜਾ ਸਿੱਖ ਹਰਿਆਣੇ ਦੇ ਵਿੱਚ ਬੈਠਾ ਹੈ ਉਹਦੇ ਮਨ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ। ਉਹਦਾ ਮਨ ਜਿਹੜਾ ਹੈਗਾ ਉਹ ਵੀ
ਆਪਣਾ ਦਰਬਾਰ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ ਜਿਹੜਾ ਟੁੱਟ ਕੇ ਉਹਦੇ ਮਨ ਦੇ ਵਿੱਚ ਵੀ ਕੋਈ ਬਾਹਲੀ ਖੁਸ਼ੀ ਵਾਲੀ ਗੱਲ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਵੀ ਜਿਹੜਾ ਆਪਣਾ ਝਿੰਡਾ ਸਾਹਿਬ ਦਾ ਗਰੁੱਪ ਹੈ ਤੇ ਦਾਦੂਵਾਲ ਦਾ ਜਿਹੜਾ ਗਰੁੱਪ ਹੈ, ਇਹਨਾਂ ਦੇ ਵਿੱਚ ਪੋਲੀਟੀਕਲ ਟਸਲ ਹੈਗੀ ਹੈ, ਵੋਟ ਬੈਂਕ ਦੀ ਪੋਲਿਟਿਕਸ ਖੇਡ ਰਹੇ ਹੈ। ਝਿੰਡਾ ਜਿਹੜਾ ਹੈ ਉਹ ਆਪਣਾ ਹੁੱਡਾ ਸਾਹਿਬ ਨੇ ਝਿੰਡੇ ਨੂੰ ਪ੍ਰਧਾਨ ਬਣਾਇਆ ਸੀ, ਉਹਨਾਂ ਦੀ ਟਰਮ ਖਤਮ ਹੋ ਗਈ, 2 ਸਾਲ ਦੀ ਟਰਮ ਸੀ, ਤੇ ਬੀਜੇਪੀ ਨੇ ਆ ਕੇ ਦਾਦੂਵਾਲ ਨੂੰ ਪ੍ਰਧਾਨ ਬਣਾਤਾ। ਮੈਂਬਰਸ ਜਿਹੜੇ ਆ ਅੱਜ ਝਿੰਡੇ ਨੇ ਆਪਣੇ ਨਾਲ ਖੜੇ ਕਰ ਲਿਆ ਵਾਪਸ। ਸੋ ਇੱਕ ਪਾਵਰ ਸਟਰਗਲ ਉਹਨਾਂ ਦੀ ਚੱਲ ਰਹੀ ਹੈ। ਕਾਂਗਰਸ ਵੱਲ ਵੋਟ ਬੈਂਕ ਨਹੀਂ, ਪਰ ਝਿੰਡਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੈਂ ਉਦੋਂ ਸੰਸਥਾਪਕ ਪ੍ਰਧਾਨ ਸੀ, ਮੈਂ ਅਸਤੀਫਾ ਜ਼ਰੂਰ ਦਿੱਤਾ, ਪਰ ਮੇਰਾ ਅਸਤੀਫਾ ਕਮੇਟੀ ਨੇ ਮਨਜ਼ੂਰ ਨਹੀਂ ਕੀਤਾ। ਮੈਂ ਉਦੋਂ ਬਿਮਾਰ ਹੋਣ ਕਰਕੇ ਉਦੋਂ ਪਾਸੇ ਹੋਇਆ ਸੀਗਾ ਤੇ ਮੇਰਾ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ। ਤੇ ਇਸ ਵੇਲੇ ਵੀ ਜਿਹੜੇ 33 ਮੈਂਬਰ ਹੈ ਉਹ ਮੇਰੇ ਨਾਲ ਖੜੇ ਆ। ਬਿਲਕੁਲ ਉਹਨਾਂ ਦਾ ਅੱਜ ਦੀ ਤਰੀਕ ਦੇ ਵਿੱਚ ਇਹੀ ਕਹਿਣਾ ਹੈ। ਲੇਕਿਨ ਮੈਂ ਇਹ ਸਮਝਦਾ ਕਿ ਵੀ ਜਦੋਂ ਗਵਰਨਮੈਂਟ ਨੇ ਨੋਟੀਫਿਕੇਸ਼ਨ ਕਰਕੇ ਦਾਦੂਵਾਲ ਨੂੰ ਪ੍ਰਧਾਨ ਬਣਾਤਾ ਤਾਂ ਇਹਨਾਂ 33 ਦੇ ਵਿੱਚੋਂ ਹੀ ਬਹੁਤੇ ਮੈਂਬਰ ਦਾਦੂਵਾਲ ਦੇ ਨਾਲ ਵੀ ਸੀਗੇ, ਉਹ ਵਾਪਸ ਝਿੰਡੇ ਵੱਲ ਚਲੇ ਗਏ ਆ। ਹੁਣ ਉਹ ਜਿਹੜੀ ਹੈ ਕਾਂਗਰਸ ਔਰ ਬੀਜੇਪੀ ਦੀ ਆਪਣੀ ਖਿੱਚੋਤਾਣ ਚੱਲ ਰਹੀ ਹੈ। ਕਦੀ ਉਹ ਮੈਂਬਰਾਂ ਨੂੰ ਬੀਜੇਪੀ ਖਿੱਚਦੀ ਹੈ, ਕਦੀ ਮੈਂਬਰਾਂ ਨੂੰ ਜਿਹੜੀ ਆ ਉਹ ਕਾਂਗਰਸ ਖਿੱਚਦੀ ਹੈ, ਤੇ ਉਹ ਇੱਧਰ ਉੱਧਰ ਸ਼ਿਫਟ ਹੁੰਦੇ ਰਹਿੰਦੇ ਆ। ਉਹ ਇਹਨਾਂ ਦੇ ਵਿੱਚੋਂ ਇਹੀ 33 ਮੈਂਬਰ ਜਿਹੜੇ ਦਾਦੂਵਾਲ ਦੇ ਨਾਲ ਵੀ ਪ੍ਰਧਾਨਗੀ ਦੇ ਵਿੱਚ ਚੱਲਦੇ ਸੀ, ਉਹੀ ਸੁਪਰੀਮ ਕੋਰਟ ਦੇ ਚੱਕਰ ਮਾਰਦੇ ਸੀ ਪਟੀਸ਼ਨ ਨੂੰ ਜਿੱਤਣ ਦੇ ਲਈ। ਉਹਨਾਂ ਨੇ ਹੀ ਧੰਨਵਾਦ ਕੀਤਾ ਸੀ ਖੱਟੜ ਦਾ ਤੇ ਅਮਿਤ ਸ਼ਾਹ ਦਾ ਤੇ ਮੋਦੀ ਦਾ, ਜਿਹੜੇ ਇਹ 33 ਮੈਂਬਰ ਹੈਗੇ ਦਾਦੂਵਾਲ ਦੇ ਨਾਲ ਖੜੇ ਹੋ ਕੇ ਉਹਨਾਂ ਨੇ ਹੀ ਸਾਰਾ ਕੁਝ ਕੀਤਾ ਸੀ। ਉਹੀ ਸੀਐਮ ਹਾਊਸ ਦੇ ਵਿੱਚ ਗੇੜੇ ਮਾਰਦੇ ਹੁੰਦੇ ਸੀਗੇ। ਅੱਜ ਉਹ ਕਾਂਗਰਸ ਦਾ ਦਬਾਅ ਪਿਆ ਤਾਂ ਦੂਜੇ ਪਾਸੇ ਹੋ ਗਿਆ। ਸੋ ਇਹ ਪਾਵਰ ਸਟਰਗਲ ਉਹਨਾਂ ਦੀ ਚੱਲ ਰਹੀ ਹੈ ਤੇ ਇਹ ਹਰਿਆਣਾ ਦਾ ਸਿੱਖ ਹੀ ਡਿਸਾਈਡ ਕਰੇਗਾ ਕਿ ਅਸਲੀ ਨੁਮਾਇੰਦੇ ਕੌਣ ਹੈ। ਉਹ ਚੀਜ਼ਾਂ ਜਿਹੜੀਆਂ ਜਨਰਲ ਚੋਣ ਤੋਂ ਬਾਅਦ ਹੀ ਸੰਭਵ ਹੋ ਸਕਦੀਆਂ, ਉਸ ਤੋਂ ਪਹਿਲਾਂ ਤਾਂ ਇਹ ਦੋਨੋਂ ਆਪਣੇ ਆਪਣੇ ਕਲੇਮ ਜਿਹੜੇ ਆ ਜਾਰੀ ਰੱਖਣਗੇ। ਪਰ ਉਹਦੇ ਚ ਇੱਕ ਗੱਲ ਤਾਂ ਹੈਗੀ ਹੈ ਨਾ ਕਿ ਜਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੇ ਗੱਲ ਕਹੀ ਹੈ ਕਿ ਭੂਗੋਲਿਕ ਤੌਰ ਤੇ ਵੰਡੇ ਗਏ। ਜਿਸ ਤਰ੍ਹਾਂ ਦਿੱਲੀ ਦਾ ਵੱਖਰੀ ਕਮੇਟੀ ਹੈ, ਪੌਂਟਾ ਸਾਹਿਬ ਦੀ ਵੱਖਰੀ ਕਮੇਟੀ ਹੈ, ਪਟਨਾ ਸਾਹਿਬ ਦੀ ਵੱਖਰੀ ਕਮੇਟੀ ਹੈ, ਹਜ਼ੂਰ ਸਾਹਿਬ ਦੀ ਵੱਖਰੀ ਕਮੇਟੀ ਹੈ, ਤਾਂ ਹੁਣ ਜੇ ਹਰਿਆਣੇ ਦੀ ਕਮੇਟੀ ਤੇ ਕਿਉਂ ਆਣ ਕੇ ਇਤਰਾਜ਼ ਹੋਇਆ? ਪਹਿਲਾਂ ਵੀ ਤਾਂ ਇਹ ਸਾਰਾ ਕੁਝ ਹੋ ਹੀ ਰਿਹਾ ਸੀ ਨਾ ਵੱਖ-ਵੱਖ ਥਾਵਾਂ ਤੇ। ਉਹਦੇ ਵਿੱਚ ਦੇਖੋ ਜੱਡੂ ਸਾਹਿਬ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਉਹ ਕਮੇਟੀਆਂ ਨਹੀਂ ਬਣੀਆਂ। ਉਹ ਕਮੇਟੀਆਂ ਉੱਥੇ ਤੱਕ ਐਸਜੀਪੀਸੀ ਪਹਿਲਾਂ ਸੀਗੀ ਨਹੀਂ। ਐਸਜੀਪੀਸੀ ਜਿਹੜੀ ਸੀਗੀ ਉਹ ਬ੍ਰਿਟਿਸ਼ ਪੰਜਾਬ ਦੇ ਵਿੱਚ ਸੀਗੀ, ਜਿਹੜਾ ਕਲੋਨੀਅਲ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਤੱਕ ਸੀਮਿਤ ਸੀਗੀ। ਤੇ ਉਹਦੇ ਵਿੱਚ ਹੀ ਨੋਟੀਫਿਕੇਸ਼ਨ ਕਰਕੇ ਅੰਗਰੇਜ਼ ਸਰਕਾਰ ਨੇ ਇਹ ਜਿਹੜੀ ਹੈ ਹੋਂਦ ਦੇ ਵਿੱਚ ਲਿਆਂਦੀ ਸੀ। ਤੇ ਇਹ ਜਿਹੜਾ ਐਕਟ ਹੈਗਾ ਇਹ ਇਨ ਦੀ ਨੇਮ ਆਫ ਦੀ ਕਰਾਊਨ ਹੈ, ਇਨ ਦੀ ਨੇਮ ਆਫ ਦੀ ਕਰਾਊਨ ਇੰਗਲੈਂਡ। ਉਹ ਜਿਹੜਾ ਐਕਟ ਹੈਗਾ ਉਹ ਕਰਾਊਨ ਨੇ ਪਾਵਰ ਦਿੱਤੀ ਸੀ ਪੰਜਾਬ ਦੀ ਅਸੈਂਬਲੀ ਨੂੰ, ਤੇ ਉਹਨਾਂ ਨੇ ਐਕਟ ਕੀਤਾ ਸੀ ਤੇ ਉਹਨੂੰ ਹੀ ਉਹਨਾਂ ਨੇ ਰਿਪੋਰਟ ਬੈਕ ਕੀਤਾ ਸੀ। ਸੋ ਇਸੇ ਆਧਾਰ ਦੇ ਉੱਪਰ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਹੈ ਅੱਜ ਉਹ ਸੈਂਟਰਲ ਗਵਰਨਮੈਂਟ ਨੂੰ ਕਹਿ ਰਹੇ ਹੈ ਕਿ ਤੁਸੀਂ ਇੰਟਰਵੀਨ ਕਰੋ ਬਈ ਇਹ ਜਿਹੜੀ ਸਟੇਟ ਨੇ ਕਿਵੇਂ ਤੋੜ ਦਿੱਤੀ ਹੈ। ਇਹ ਇਸੇ ਗਰਾਊਂਡ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਆ। ਤੇ ਹੁਣ ਇਹ ਸਮਾਂ ਦੱਸੇਗਾ ਕਿ ਜਿਹੜੀ ਬੀਜੇਪੀ ਦੀ ਗਵਰਨਮੈਂਟ ਹੈਗੀ ਹੈ ਉਹ ਇਹਦੇ ਵਿੱਚ ਇੰਟਰਵੀਨ ਕਰੇਗੀ ਕਿ ਨਹੀਂ ਕਰੇਗੀ। ਪਰ ਇੱਕ ਤਾਂ ਹੈ ਨਾ ਕਿ ਜਿਸ ਤਰ੍ਹਾਂ ਵੱਖ-ਵੱਖ ਸੰਗਠਨ ਇਹ ਵੀ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਹਰਿਆਣੇ ਦੇ ਵੱਖਰਾ ਐਕਟ ਬਣ ਗਿਆ ਤੇ ਪੰਜਾਬ ਅਸੈਂਬਲੀ ਵੀ ਪੰਜਾਬ ਦੇ ਲਈ ਵੱਖਰਾ ਐਕਟ ਬਣਾਵੇ। ਦੇਖੋ ਐਸੀ ਮੰਗ ਵੀ ਚੱਲ ਰਹੀ ਹੈ, ਪਰ ਉਹ ਜਿਹੜਾ ਐਸਜੀਪੀਸੀ ਦਾ ਜਿਹੜਾ ਹਾਊਸ ਹੈਗਾ ਉਹ ਐਸੀ ਮੰਗ ਨਹੀਂ ਕਰ ਰਿਹਾ। ਉਹਨਾਂ ਦੀ ਮਨਸ਼ਾ ਇਹੀ ਹੈ ਕਿ ਐਸਜੀਪੀਸੀ ਨੂੰ ਵਾਪਸ ਬਰਕਰਾਰ ਕੀਤਾ ਜਾਵੇ। ਤੇ ਕਿਉਂਕਿ ਐਸਜੀਪੀਸੀ ਦਾ ਜਿਹੜਾ ਕਨੈਕਸ਼ਨ ਹੈ, ਕੋਈ ਵੀ ਜਿਹੜਾ ਹੁਕਮਨਾਮਾ ਹੁੰਦਾ ਜਾਂ ਕੋਈ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮਤਲਬ ਉਹਦੀ ਜਿਹੜੀ ਰਹਿਤ ਮਰਿਆਦਾ ਜਿਹੜੀ ਹੈਗੀ ਆ ਉਹਦੀ ਇਨਫੋਰਸਮੈਂਟ ਦੀ ਗੱਲ ਆਉਂਦੀ ਹੈ ਕਿ ਇੱਕ ਤਰੀਕੇ ਦੀ ਰਹਿਤ ਮਰਿਆਦਾ ਹੋਵੇ। ਕਿਉਂਕਿ ਜੇ ਆਪਾਂ ਹਜ਼ੂਰ ਸਾਹਿਬ ਦੀ ਗੱਲ ਕਰਦੇ ਹਾਂ ਤੇ ਉੱਥੇ ਆਰਤੀ ਡਿਫਰੈਂਟ ਟਾਈਪ ਦੀ ਹੁੰਦੀ ਹੈ। ਪਟਨਾ ਸਾਹਿਬ ਦੀ ਗੱਲ ਕਰਦੇ ਹਾਂ ਤੇ ਉੱਥੇ ਦਾ ਜਥੇਦਾਰ ਜਿਹੜਾ ਹੈਗਾ ਮੋਦੀ ਦੇ ਦਰਵਾਜ਼ੇ ਤੇ ਵੀ ਖੜਾ ਆਪਾਂ ਦੇਖਿਆ ਹੈਗਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਬੇਸ਼ੱਕ ਐਸਜੀਪੀਸੀ ਦੇ ਵੀ ਬੰਦੇ ਆਰਐਸਐਸ ਕੋਲ ਜਾਂਦੇ ਸੀਗੇ, ਪਰ ਉਹ ਇੰਨਾ ਪਬਲਿਕਲੀ ਮਤਲਬ ਇਸ ਤਰੀਕੇ ਦੀ ਗੱਲਾਂ ਨਹੀਂ ਉਦੋਂ ਦੇਖਣ ਨੂੰ ਮਿਲਦੀਆਂ ਸੀ ਕਿ ਪ੍ਰਧਾਨ ਮੰਤਰੀ ਬੁਲਾਵੇ ਤੇ ਉਹ ਸਾਰੇ ਜਿਹੜੇ ਹੈਗੇ ਆ ਬਾਕੀ ਪੰਥ ਨੂੰ ਛੱਡ ਕੇ ਇਸ ਮਾਹੌਲ ਦੇ ਵਿੱਚ ਜਾ ਕੇ ਉਧਰ ਖੜੇ ਹੋਣ। ਇਹ ਜਿਹੜਾ ਇੱਕ ਮੈਸੇਜ ਹੈ ਵੀ ਸਿੱਖ ਪੰਥ ਜਿਹੜਾ ਹੈਗਾ ਉਹ ਬੀਜੇਪੀ ਦੇ ਨਾਲ ਹੈ, ਇਹ ਮੈਸੇਜ ਜਿਹੜਾ ਹੈਗਾ ਇਹ ਮੈਂ ਸਮਝਦਾ ਕਿਉਂਕਿ ਹੁਣ ਬਾਦਲ ਫੈਮਿਲੀ ਵੀ ਜਿਹੜੀ ਆ ਉਹਨਾਂ ਦੇ ਨਾਲ ਗੁੱਡ ਟਰਮਸ ਦੇ ਵਿੱਚ ਨਹੀਂ ਹੈ ਬੀਜੇਪੀ ਦੇ ਨਾਲ। ਸੋ ਅੱਜ ਦੀ ਸਥਿਤੀ ਦੇ ਵਿੱਚ ਇਹ ਜਿਹੜਾ ਔਕਵਰਡ ਜਿਹਾ ਲੱਗਦਾ ਕਿ ਬਾਦਲ ਜਿਹੜਾ ਦੂਜੇ ਪਾਸੇ ਖੜਾ ਆਪਣੇ ਅਕਾਲੀ ਦਲ ਨੂੰ ਲੈ ਕੇ, ਤੇ ਜਥੇਦਾਰ ਜਿਹੜਾ ਪਟਨਾ ਸਾਹਿਬ ਵਾਲਾ ਉਹ ਮੋਦੀ ਸਾਹਿਬ ਕੋਲ ਪਹੁੰਚ ਗਿਆ। ਬੰਗਲਾ ਸਾਹਿਬ ਦੇ ਜਿਹੜੇ ਬੰਦੇ ਹੈਗੇ ਆ ਉਹ ਵੀ ਮੋਦੀ ਸਾਹਿਬ ਕੋਲ ਪਹੁੰਚ ਗਏ। ਇਸ ਸਥਿਤੀ ਦੇ ਵਿੱਚ ਜਿਹੜਾ ਮਤਲਬ ਅਕਾਲੀ ਦਲ ਦਾ ਜਿਹੜਾ ਟ੍ਰੈਡੀਸ਼ਨਲ ਉਹਨਾਂ ਦੀ ਜਿਹੜੀ ਹਾਇਰਾਰਕੀ ਹੈਗੀ ਹੈ, ਜਿਹੜੇ ਉਹਨਾਂ ਦੇ ਜਥੇਦਾਰ ਹੈਗੇ ਉਹਨਾਂ ਨੂੰ ਇਹ ਚੀਜ਼ ਡਾਈਜੈਸਟ ਨਹੀਂ ਹੋ ਰਹੀ। ਤੇ ਇਸੇ ਕਰਕੇ ਉਹ ਚਾਹੁੰਦੇ ਆ ਕਿ ਵੀ ਜਿਹੜਾ ਦਰਬਾਰ ਸਾਹਿਬ ਦੇ ਨਾਲ ਜਿਹੜਾ ਜੁੜਿਆ ਹੋਇਆ ਜਿਹੜਾ ਗਰੁੱਪ ਹੈ ਉਹ ਮਜ਼ਬੂਤ ਰਹਿਣਾ ਚਾਹੀਦਾ ਹੈ। ਤੇ ਇਸ ਸਾਰੀ ਪਾਵਰ ਸਟਰਗਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਕਿਵੇਂ ਹੈਂਡਲ ਕਰੇਗੀ, ਇਹ ਬੜੀ ਦਿਲਚਸਪ ਇੱਕ ਦੇਖਣ ਵਾਲੀ ਗੱਲਾਂ ਹੋਣਗੀਆਂ। ਪਰ ਉਹਦੇ ਚ ਇਹ ਵੀ ਤਾਂ ਹੈ ਨਾ ਕਿ ਅਸੀਂ ਜਿਸ ਤਰ੍ਹਾਂ ਸਿੱਖ ਭਾਈਚਾਰਾ ਤਾਂ ਆਪਣੇ ਅਕਾਲ ਤਖਤ ਨੂੰ ਸੁਪਰੀਮ ਮੰਨਦਾ ਹੈ,
ਤਾਂ ਫਿਰ ਇਹ ਮਾਮਲੇ ਜਿਹੜੇ ਹੁਣ ਇਹ ਸਿੱਖਾਂ ਦਾ ਆਪਸੀ ਮਾਮਲਾ ਹੈ ਜਿਹੜਾ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣ ਦਾ, ਤੇ ਇਹ ਕਿਉਂ ਨਹੀਂ ਅਕਾਲ ਤਖਤ ਤੇ ਬੈਠ ਕੇ ਸੈਟਲ ਹੋ ਸਕਦਾ, ਕਿ ਕਿਉਂ ਫਿਰ ਇਹ ਜਿਹੜੀਆਂ ਅਦਾਲਤਾਂ 'ਚ ਜਾਣ ਦੀ ਲੋੜ ਪਈ? ਦੇਖੋ ਉਹ ਜਿਹੜੀ ਪਹਿਲ ਕੀਤੀ ਆ ਉਹ ਮੈਂ ਸਮਝਦਾ ਬੀਜੇਪੀ ਨੇ ਪਹਿਲ ਕੀਤੀ, ਆਪਣਾ ਸੌਰੀ ਕਾਂਗਰਸ ਪਾਰਟੀ ਦੇ ਹੁੱਡਾ ਸਾਹਿਬ ਨੇ ਇਹ ਪਹਿਲ ਕਰਕੇ ਉਹਨਾਂ ਨੇ ਇੱਕ ਇਹ ਐਕਟ ਜਿਹੜਾ ਬਣਾਤਾ ਤੇ ਭਾਰਤੀ ਜਨਤਾ ਨਹੀਂ, ਪਾਰਟੀ ਉਹ ਉਹਨਾਂ ਨੇ ਆਪਣੇ ਤੌਰ ਤੇ ਤਾਂ ਨਹੀਂ ਬਣਾਇਆ, ਉਹ ਤਾਂ ਉੱਥੋਂ ਦੇ ਸਿੱਖਾਂ ਨੇ ਬਕਾਇਦਾ ਲੜਾਈ ਲੜੀ ਹੈ, ਅੰਦੋਲਨ ਕੀਤਾ ਹੈ, ਉਸ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਨਾ। ਉਸ ਸਮੇਂ ਵੀ ਤਾਂ ਅਕਾਲ ਤਖਤ ਦਖਲ ਦੇ ਸਕਦਾ ਸੀ। ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਹਦੇ ਵਿੱਚ ਜਿਹੜਾ ਜੜ ਹੈਗੀ ਆ ਉਹ ਫਿਰ ਉਹ ਬਾਦਲ ਫੈਮਿਲੀ ਹੀ ਆ ਜਾਂਦੀ ਹੈ, ਕਿਉਂਕਿ ਇਹਨਾਂ ਦੇ ਕੁਝ ਉੱਥੇ ਚਹੇਤੇ ਮੈਂਬਰ ਸੀਗੇ ਹਰਿਆਣੇ ਦੇ ਵਿੱਚੋਂ ਜਿਹੜੇ ਚੁਣ ਕੇ ਆਏ ਹੋਏ ਸੀਗੇ, ਉਹਨਾਂ ਦੀ ਸਰਦਾਰੀ ਬਹਾਲ ਰੱਖਣ ਲਈ ਇਹਨਾਂ ਨੇ ਬਾਕੀ ਸਾਰੇ ਹਰਿਆਣੇ ਨੂੰ ਇਗਨੋਰ ਕੀਤਾ ਤੇ ਉਹ ਜਿਹੜਾ ਮਤਲਬ ਉਹਨਾਂ ਦਾ ਰੋਹ ਜਾਗਿਆ। ਹਰਿਆਣੇ ਦੇ ਜਿਹੜੇ ਸਿੱਖ ਸੀਗੇ ਹੋਰ ਲੀਡਰ ਸੀਗੇ, ਉਹਨਾਂ ਨੇ ਉਸ ਗਰੁੱਪ ਦੇ ਬਾਦਲ ਫੈਮਿਲੀ ਦਾ ਜਿਹੜਾ ਗਰੁੱਪ ਸੀਗਾ ਇੱਕ, ਉਹਦੇ ਖਿਲਾਫ ਬਗਾਵਤ ਕੀਤੀ ਤੇ ਉਹ ਬਗਾਵਤ ਇੰਨੀ ਵਧਾਤੀ ਉਹਨਾਂ ਨੇ, ਮਤਲਬ ਰੋਹ ਇੰਨਾ ਵੱਧ ਗਿਆ ਕਿ ਉਹ ਜਾ ਕੇ ਹੁੱਡਾ ਸਾਹਿਬ ਕੋਲ ਖੜੇ ਹੋ ਗਏ ਕਿ ਜੀ ਜਿਵੇਂ ਮਰਜ਼ੀ ਕਰੋ, ਸਾਡਾ ਇਹਨਾਂ ਤੋਂ ਛੁਟਕਾਰਾ ਕਰਾ ਦਿਓ। ਉਹ ਬਾਦਲ ਤੋਂ ਛੁਟਕਾਰਾ ਕਰਾਉਂਦੇ ਕਰਾਉਂਦੇ ਉਹਨਾਂ ਨੇ ਐਸਜੀਪੀਸੀ ਜਿਹੜੀ ਉਹ ਤੁੜਵਾਤੀ। ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜੋ ਉੱਥੋਂ ਫੀਡਬੈਕ ਆਉਂਦੀ ਹੈ, ਜਿਹਨਾਂ ਲੋਕਾਂ ਨੂੰ ਮੈਂ ਮਿਲਦਾ, ਉਹ ਬੰਦੇ ਅੰਦਰੋਂ ਜਿਹੜੇ ਹੈਗੇ ਆ ਉਹ ਦੁਖੀ ਹੀ ਹੈਗੇ ਆ ਕਿ ਬਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖ ਪੰਥ ਦਾ ਹਰਿਆਣੇ ਦੇ ਵਿੱਚ ਕੀ ਰੂਪ ਰੇਖਾ ਹੋਏਗੀ, ਕੀ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਉਹਦੇ ਅਨੁਸਾਰ ਚੱਲਣਗੇ, ਦਰਬਾਰ ਸਾਹਿਬ ਦੇ ਨਾਲ ਜੁੜਨਗੇ, ਜਾਂ ਉਹ ਬਿਲਕੁਲ ਜਿਵੇਂ ਪਟਨਾ ਸਾਹਿਬ ਹੈਗਾ ਜਾਂ ਆਪਣਾ ਹਜੂਰ ਸਾਹਿਬ ਹੈਗਾ ਉਧਰ ਨੂੰ ਇੱਕ ਰੁਖ ਤਿਆਰ ਕਰਕੇ ਰੈਸਟ ਆਫ ਇੰਡੀਆ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰੋ ਜਿਹੜੇ ਗਰੁੱਪ ਹੈਗੇ ਆ, ਜਿਵੇਂ ਰਾਸ਼ਟਰੀ ਸਿੱਖ ਸੰਗਤ ਉਹਨਾਂ ਨੇ ਖੜੀ ਕੀਤੀ ਹੋਈ ਹੈ, ਉਧਰ ਨੂੰ ਲੈ ਕੇ ਜਾਣਗੇ ਸਾਰੇ ਮਾਹੌਲ ਨੂੰ। ਇਹ ਜਿਹੜਾ ਸਿੱਖ ਹੈ ਹਰਿਆਣੇ ਦਾ ਉਹ ਇਸ ਗੱਲ ਤੋਂ ਚਿੰਤਿਤ ਜ਼ਰੂਰ ਹੈਗਾ। ਬੇਸ਼ੱਕ ਉਹ ਇਹ ਵੀ ਚਾਹੁੰਦਾ ਸੀ ਕਿ ਵੀ ਸਾਡਾ ਬਾਦਲ ਪਰਿਵਾਰ ਤੋਂ ਛੁਟਕਾਰਾ ਹੋ ਜਾਏ, ਉਹ ਤਾਂ ਪੰਜਾਬ ਦਾ ਸਿੱਖ ਵੀ ਚਾਹੁੰਦਾ ਸੀ, ਉਹਨਾਂ ਨੇ ਆਪਣਾ ਗੁੱਸਾ ਵਿਧਾਨ ਸਭਾ 'ਚ ਕੱਢ ਲਿਆ, ਲੇਕਿਨ ਹਰਿਆਣੇ ਦਾ ਸਿੱਖ ਨੂੰ ਇਹ ਗੁੱਸਾ ਕੱਢਣ ਦਾ ਮੌਕਾ ਨਹੀਂ ਮਿਲ ਰਿਹਾ ਸੀਗਾ ਤੇ ਉਹਨਾਂ ਨੇ ਇਹ ਗੁੱਸਾ ਜਿਹੜਾ ਹੈਗਾ ਐਸਜੀਪੀਸੀ ਤੇ ਕੱਢਿਆ। ਸੋ ਇਹ ਇੱਕ ਮਤਲਬ ਮੰਦਭਾਗਾ ਚੈਪਟਰ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਅਨਫੋਲਡ ਹੋਇਆ ਹੈ। ਇਸ ਨੂੰ ਹੁਣ ਆਪਾਂ ਕਿੱਧਰ ਨੂੰ ਇਹ ਗੱਲ ਜਾਏਗੀ, ਕਿਉਂਕਿ ਐਜੀਟੇਸ਼ਨ ਜਿਹੜੀ ਹੈ ਜੇ ਪੰਜਾਬ ਦੇ ਵਿੱਚੋਂ ਚਲਾਉਂਦੇ ਆ ਆਪਣਾ ਧਾਮੀ ਸਾਹਿਬ ਜਿਹੜੇ ਉਹਨਾਂ ਦੇ ਪ੍ਰਧਾਨ ਹੈਗੇ, ਤੇ ਖਾਸ ਕਰਕੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਵਰਲਡ ਸਿੱਖ ਕਨਵੈਨਸ਼ਨ ਬੁਲਾਈ ਜਾਵੇ, ਇੱਥੋਂ ਤੱਕ ਵੀ ਉਹਨਾਂ ਨੇ ਅਪੀਲ ਕਰਤੀ ਹੈ ਕਿ ਵਰਲਡ ਸਿੱਖ ਕਨਵੈਨਸ਼ਨ ਬੁਲਾਈ ਜਾਵੇ। ਤੇ ਵਰਲਡ ਸਿੱਖ ਕਨਵੈਨਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਡਾਇਸਪੋਰਾ ਦਾ ਸਿੱਖਾਂ ਦਾ ਹੈਗਾ ਉਹ ਕਿਸ ਨਜ਼ਰੀਏ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੂੰ ਦੇਖਦਾ ਹੈ, ਉਹਦੇ ਵਿੱਚ ਕਿਸ ਤਰੀਕੇ ਦਾ ਐਲੀਮੈਂਟ ਹੈਗਾ, ਉਹ ਕੀ ਮਤਾ ਲੈ ਕੇ ਆਣਗੇ, ਕੀ ਸੇਧ ਦੇਣਗੇ, ਇਹ ਜਿਹੜਾ ਹੈ ਗਲਤ ਪਾਸੇ ਨੂੰ ਜਿਹੜੀ ਗੱਲ ਜਾ ਰਹੀ ਹੈ ਮੈਂ ਸਮਝਦਾ। ਤੇ ਇਸ ਨੂੰ ਮੋਦੀ ਸਾਹਿਬ ਨੂੰ ਤੇ ਅਮਿਤ ਸ਼ਾਹ ਨੂੰ ਇਸ ਨੂੰ ਇੱਥੇ ਹੀ ਸਨੱਪ ਕਰ ਦੇਣਾ ਚਾਹੀਦਾ ਇਸ ਗੱਲ ਨੂੰ, ਤੇ ਇਹ ਜਿਹੜਾ ਮਾਹੌਲ ਖਰਾਬ ਹੋਣ ਤੋਂ ਬਚਾਉਣਾ ਚਾਹੀਦਾ ਤੇ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਕੰਸਟਰਕਟਿਵ ਪਾਸੇ ਲਾਉਣ ਦਾ ਇਹਨਾਂ ਦੇ ਉੱਪਰ ਜ਼ਿੰਮੇਵਾਰੀ ਹੈਗੀ ਹੈ ਤੇ ਇਹ ਮੈਂ ਸਮਝਦਾ ਇਹਨਾਂ ਨੂੰ ਸੂਝ-ਬੂਝ ਨਾਲ ਕੰਮ ਲੈਣਾ ਚਾਹੀਦਾ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋਣ ਜਾ ਰਿਹਾ, ਪਰ ਤੁਹਾਡੇ ਮੁਤਾਬਕ ਕਿ ਜੇ ਇਹ ਕੇਂਦਰ ਜਾਂ ਸਰਕਾਰ ਇਸ ਵਿੱਚ ਦਖਲ ਦੇ ਕੇ ਇਹਨੂੰ ਠੀਕ ਨਹੀਂ ਕਰ ਰਹੀ ਤਾਂ ਸਥਿਤੀ ਫਿਰ ਜ਼ਿਆਦਾ ਟਕਰਾਅ ਵੱਲ ਜਾ ਸਕਦੀ ਹੈ। ਆਖਰੀ ਸਵਾਲ ਹੈ ਮੇਰਾ। ਬਿਲਕੁਲ ਇਹ ਟਕਰਾਅ ਵੱਲ ਜਾ ਨਹੀਂ ਸਕਦੀ, ਟਕਰਾਅ ਵੱਲ ਤੁਰ ਪਈ ਹੈ, ਕਿਉਂਕਿ ਜਦੋਂ ਐਸਜੀਪੀਸੀ ਨੇ ਕਹਿ ਦਿੱਤਾ ਕਿ ਜਥੇਦਾਰ ਸਾਹਿਬ ਵਰਲਡ ਸਿੱਖ ਕਨਵੈਨਸ਼ਨ ਬੁਲਾਉਣ, ਸਾਰੇ ਡਾਇਸਪੋਰਾ ਦੇ ਸਿੱਖਾਂ ਦੀ ਰਾਏ ਲੈਣ ਕਿ ਉਹਨਾਂ ਨੇ ਕਿਵੇਂ ਦਿੱਲੀ ਦੇ ਨਾਲ ਹੈਂਡਲ ਕਰਨਾ, ਕਿਵੇਂ ਦਿੱਲੀ ਦੇ ਨਾਲ ਡੀਲ ਕਰਨਾ, ਸਿੱਖ ਪੰਥ ਦਾ ਦਿੱਲੀ ਦੇ ਪ੍ਰਤੀ ਕੀ ਰਿਲੇਸ਼ਨਸ਼ਿਪ ਹੋਣੀ ਚਾਹੀਦੀ ਹੈ। ਜੇ ਉਹ ਵਰਲਡ ਸਿੱਖ ਕਨਵੈਨਸ਼ਨ ਬੁਲਾਉਂਦੇ ਹੈ, ਕੀ ਉਹ ਵਰਲਡ ਸਿੱਖ ਕਨਵੈਨਸ਼ਨ ਇੰਡੀਆ 'ਚ ਬੁਲਾਉਣਗੇ ਜਾਂ ਇੰਡੀਆ ਤੋਂ ਬਾਹਰ ਬੁਲਾਉਣਗੇ, ਇਹ ਵੀ ਸਮਾਂ ਦੱਸੇਗਾ। ਤੇ ਉਹ ਜਿਹੜੇ ਕਿਉਂਕਿ ਬਹੁਤ ਸਾਰੇ ਬੰਦਿਆਂ ਦੇ ਉੱਪਰ ਵਰਲਡ ਸਿੱਖ ਕਨਵੈਨਸ਼ਨ ਦੇ ਵਿੱਚ ਐਸੇ ਲੀਡਰ ਵੀ ਹੈਗੇ ਜਿਨ੍ਹਾਂ ਦੇ ਨਾਮ ਬਲੈਕ ਲਿਸਟਾਂ ਦੇ ਵਿੱਚ ਹੈਗੇ ਆ, ਉਹ ਇੰਡੀਆ 'ਚ ਉਹਨਾਂ ਦੀ ਐਂਟਰੀ ਨਹੀਂ ਹੋ ਸਕਦੀ। ਉਹ ਬੰਦੇ ਕਿਵੇਂ ਪਾਰਟਿਸਿਪੇਟ ਕਰਨਗੇ, ਉਹਨਾਂ ਤੋਂ ਬਿਨਾਂ ਕੀ ਇਸ ਕਨਵੈਨਸ਼ਨ ਦੀ ਕੋਈ ਮਹੱਤਤਾ ਰਹਿ ਜਾਂਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਜੇ ਭਵਿੱਖ ਦੇ ਵਿੱਚ ਹੈਗੀਆਂ, ਪਰ ਗੱਲ ਉਧਰ ਨੂੰ ਨਹੀਂ ਵਧਣ ਦੇਣੀ ਚਾਹੀਦੀ ਤੇ ਗੁੱਡ ਸੈਂਸ ਪ੍ਰਵੇਲ ਕਰੇ। ਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਇਸ ਸਾਰੇ ਨੂੰ ਇੱਥੇ ਹੀ ਇਹਨਾਂ ਨੂੰ ਮੈਨੇਜ ਕਰ ਲੈਣਾ ਚਾਹੀਦਾ ਹੈ। ਤੇ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ। ਜਿਹੜੇ ਪ੍ਰੋਗਰਾਮ ਨਾਲ ਸਾਡੇ ਦੋਸਤ ਜੁੜੇ ਆ, ਜੇ ਦੋਸਤੋ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਜੇ ਤੁਹਾਡੀ ਇਸ ਪ੍ਰੋਗਰਾਮ ਬਾਰੇ ਕੋਈ ਆਪਣੀ ਰਾਏ ਹੋਵੇ, ਕੋਈ ਆਪਣੀ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਵੀ ਦੇ ਸਕਦੇ ਹੋ, ਔਰ ਜਾਂ ਫਿਰ ਤੁਸੀਂ YouTube ਤੇ ਜਿਹੜਾ ਕਮੈਂਟ ਬਾਕਸ ਹੈ ਉਹਦੇ ਜਾ ਕੇ ਵੀ ਆਪਣੀ ਰਾਏ ਦੇ ਸਕਦੇ ਹੋ, ਆਪਣੀ ਟਿੱਪਣੀ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਰਦਾਰ ਮਨਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਜੰਡੂ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ।